ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 17 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜ ਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਟ੍ਰਿਸ਼ੀਆ ਮੈਕਲੌਫਲਨ ਆ, ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਉਹ ਜੌਬ ਛੱਡ ਕੇ ਜਾ ਰਹੇ ਹੈਗੇ ਆ। ਤੇ ਕ੍ਰਿਸਟੀ ਨੋਇਮ ਨੇ ਦਾ ਧੰਨਵਾਦ ਕੀਤਾ, ਜਿਹਦੇ ਲਈ ਉਹ ਕੰਮ ਕਰਦੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਟੌਪ ਦੀ ਸਪੋਕਸ ਪਰਸਨ, ਜੋ ਹਰ ਟਾਈਮ ਇਹੀ ਕਹਿੰਦੀ ਸੀ ਵੀ ਜੋ ਟਰੰਪ ਹੋਣਾ ਦਾ ਇਮੀਗ੍ਰੇਸ਼ਨ ਵਾਲਾ ਸਟੈਂਡ ਹੈਗਾ ਆ, ਉਹ 100% ਸਹੀ ਹੈਗਾ ਆ। ਸੋ ਐਡਮਿਨਿਸਟ੍ਰੇਸ਼ਨ ਦਾ ਹਾਰਡ ਲਾਈਨ ਇਮੀਗ੍ਰੇਸ਼ਨ ਏਜੰਡਾ ਉਹ ਜਿਹੜਾ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੀ ਸੀ ਉਸ ਟਾਈਮ ਦੇ ਉੱਤੇ ਕਰਦੀ ਸੀ। ਸੋ 1 ਸਾਲ ਤੋਂ ਵੱਧ ਦਾ ਸਮਾਂ ਆਫਿਸ ਦੇ ਵਿੱਚ ਰਹੀ ਆ। ਕਹਿੰਦੇ ਵੀ ਐਕਚੁਅਲੀ ਦਸੰਬਰ ਦੇ ਵਿੱਚ ਜੋ ਮੈਕਲੌਫਲਨ ਆ, ਉਹਨਾਂ ਨੇ ਸੋਚ ਲਿਆ ਸੀ ਵੀ ਮੈਂ ਰਿਜ਼ਾਈਨ ਕਰ ਦੇਣਾ ਹੈ, ਪਰ ਜਦੋਂ ਮਿਨੀਐਪੋਲਿਸ ਦੇ ਵਿੱਚ 2 ਜਾਣਿਆਂ ਦੀ, ਰੇਨੇ ਗੁੱਡ ਤੇ ਐਲੈਕਸ ਪ੍ਰੈਟੀ ਦੀ ਮੌਤ ਹੋਈ ਆ, ਉਹਦੋਂ ਬਾਅਦ ਫਿਰ ਉਹ ਥੋੜਾ ਸਮਾਂ ਹੋਰ ਲੰਘਾ ਗਈ। ਸੋ ਮੈਕਲੌਫਲਿਨ ਨੇ ਆਪਣੇ ਕਲੀਗਸ ਨੂੰ ਇਹ ਦੱਸਿਆ ਵੀ ਉਹ ਛੱਡ ਕੇ ਜਾ ਰਹੀ ਹੈਗੀ ਆ। ਤੇ ਮੈਕਲੌਫਲਿਨ ਦਾ ਡਿਸੀਜਨ ਜਿਹੜਾ ਆ ਉਹਨੇ ਐਕਸ ਦੇ ਉੱਤੇ ਵੀ ਜਿਹੜਾ ਆ ਅੱਜ ਪਾਇਆ ਹੈਗਾ। ਸੋ ਜੋ ਕ੍ਰਿਸਟੀ ਨੋਇਮ ਆ, ਉਹਨੇ ਕਿਹਾ ਵੀ ਬਹੁਤ ਹੀ ਡੈਡੀਕੇਟਡ ਤੇ ਪ੍ਰੋਫੈਸ਼ਨਲ ਇਹ ਜੋ EMPLOYEE ਸੀ, ਤੇ ਮੈਕਲੌਫਲਿਨ ਨੇ ਨੋਇਮ ਦਾ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਧੰਨਵਾਦ ਕੀਤਾ ਹੈ ਵੀ ਉਹਨੂੰ ਇਸ ਪੋਜੀਸ਼ਨ ਦੇ ਉੱਤੇ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਫੌਕਸ ਦੇ ਵਿੱਚ ਕੰਮ ਕਰਦੀ ਸੀ। ਸੋ ਹੁਣ ਉਹਨਾਂ ਦੇ ਜਿਹੜੇ ਅਸਿਸਟੈਂਟ ਆ, ਉਸ ਨੂੰ ਨੋਮੀਨੇਟ ਕਰਨ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਹੈਗੀਆਂ। ਨੋਇਮ ਦੀ ਜਿਹੜੀ ਚੀਫ ਸਪੋਕਸਵੂਮਨ ਆ, ਉਹਨਾਂ ਰੈਪੂਟੇਸ਼ਨ ਇਸ ਬੇਸ ਤੇ ਬਣਾਇਆ ਸੀ ਵੀ ਅਸੀਂ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਡਿਫੈਂਡਰ ਹੈਗੇ ਆ, ਖਾਸ ਕਰਕੇ ਜੋ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਉਹਨਾਂ ਤੇ ਸੈਕਟਰੀਜ਼ ਲੀਡਰਸ਼ਿਪ ਤੇ ਜੋ ਉਹ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕਰਦੀ ਸੀ, ਤੇ ਉਹਦਾ ਜਿਹੜਾ ਪੂਰਾ ਸਟੈਂਡ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਆ ਇਮੀਗ੍ਰੇਸ਼ਨ ਦੇ ਉੱਤੇ, ਉਸ ਨੂੰ ਐਕਸਪੈਂਡ ਕਰਨ ਦੇ ਵਿੱਚ ਇਹਦਾ ਪੂਰਾ ਹੱਥ ਸੀ। ਬਲਕਿ ਮੈਕਲੌਫਲਿਨ ਨੇ ਤਾਂ ਇੱਕ ਟਾਈਮ ਤੱਕ, ਜਦੋਂ ਰੇਨੇ ਗੁੱਡ ਦੀ ਮੌਤ ਹੋਈ, ਇਹ ਕਹਿਤਾ ਸੀ ਵੀ ਐਕਟ ਆਫ ਡੋਮੈਸਟਿਕ ਟੈਰਰਿਜ਼ਮ ਹੈਗਾ, ਜਦੋਂ ਇਮੀਗ੍ਰੇਸ਼ਨ ਆਫੀਸਰਸ ਨੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀਗਾ। ਬਾਅਦ ਦੇ ਵਿੱਚ ਉਹਨੂੰ ਪਤਾ ਚੱਲਿਆ ਵੀ ਨਹੀਂ, ਇਹ ਗੱਲ ਟੋਟਲੀ ਜਿਹੜੀ ਆ ਡਿਫਰੈਂਟ ਸੀਗੀ, ਪਰ ਉਹਦੀ ਸਾਨੂੰ ਪਤਾ ਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਦੇ ਬਾਰੇ ਬਾਅਦ 'ਚ ਕੁਛ ਨਹੀਂ ਕਿਹਾ। ਮੈਕਲੌਫਲਿਨ ਦਾ ਘਰ ਵਾਲਾ ਬੈਨ ਯੋਹੋ ਇੱਕ ਸਟ੍ਰੈਟਜੀ ਗਰੁੱਪ ਦਾ ਮਾਲਕ ਆ। ਇਹ ਉਹੀ ਬੰਦਾ ਆ ਜਿਸ ਨੂੰ $220 ਮਿਲੀਅਨ ਦੀ DHS ਦੀ ਐਂਟੀ ਇਮੀਗ੍ਰੇਸ਼ਨ ਐਡਵਰਟਾਈਜ਼ਿੰਗ ਬਾਏ ਆਊਟ ਜਿਹੜਾ ਉਹ ਮਿਲਿਆ ਸੀਗਾ। ਸੋ ਮੈਕਲੌਫਲਿਨ ਦੀ ਜਿਹੜੇ ਘਰ ਵਾਲੇ ਦੀ ਕੰਪਨੀ ਨੂੰ ਇਹ ਜਿਹੜਾ ਸਰਕਾਰੀ ਪੈਸਾ ਇੱਕ ਹਿਸਾਬ ਦੇ ਨਾਲ ਉਹ ਐਡਸ ਰਨ ਕਰਨ ਦੇ ਲਈ, ਬਣਾਉਣ ਦੇ ਲਈ ਜਿਹੜਾ ਉਹ ਹੋ ਗਿਆ ਸੀ। ਉਧਰ ਕ੍ਰਿਸਟੀ ਨਿਓਮ ਦੀਆਂ ਮੁਸ਼ਕਿਲਾਂ ਕੋਈ ਬਾੜੀਆਂ ਸੌਖੀਆਂ ਨਹੀਂ ਹੋਈਆਂ। ਕ੍ਰਿਸਟੀ ਨਿਓਮ ਦਾ ਅਫੇਅਰ ਦਾ ਰੌਲਾ ਜਿਹੜਾ ਇਸ ਟਾਈਮ ਪੈ ਰਿਹਾ ਆ, ਉਹਦੇ ਆਪਣੇ ਹੀ ਟੌਪ ਦੇ ਏਡ ਕੋਰੀ ਲੈਵੈਂਡੋਵਸਕੀ ਦੇ ਜਿਹੜੇ ਉਹ ਨਾਲ ਇੱਕ ਵਾਰੀ ਸ਼ਾਲ ਭੁੱਲ ਗਏ ਸੀਗੇ ਨੇਵੀ ਦਾ ਜਿਹੜਾ ਕੋਈ ਪਾਇਲਟ, ਤਾਂ ਉਹਨੂੰ ਫਾਇਰ ਕਰਤਾ ਸੀਗਾ ਇਸ ਕੋਰੀ ਲੈਵੈਂਡੋਵਸਕੀ ਨੇ। ਸੋ ਹੁਣ ਟਰੰਪ ਉਹਨਾਂ ਨੂੰ ਵੀ ਇਸ ਦੇ ਬਾਬਤ ਕ੍ਰਿਸਟੀ ਨਿਓਮ ਤੇ ਉਸਦੇ ਹੇਠਾਂ ਕੰਮ ਕਰਨ ਵਾਲੇ ਜਿਹੜੇ ਆ ਕੋਰੀ, ਉਸਦੇ ਬਾਰੇ ਜਿਹੜੇ ਸਵਾਲ ਆ
ਉਹ ਕਿਤੇ ਜਿਹੜੇ ਹੋ ਗਏ ਹੈਗੇ ਆ। ਸੋ ਦੇਖੋ ਕੀ ਬਣਦਾ ਆ। DHS ਜਿਹੜੀ ਇਸ ਟਾਈਮ ਫੰਡਿੰਗ ਵੀ ਜਿਹੜੀ ਹਰਜੋਤ ਸਿੰਘ ਜੀ ਰੁਕੀ ਹੋਈ ਆ, ਕਿਉਂਕਿ ਦੋਨਾਂ ਪਾਰਟੀਆਂ ਦੇ ਵਿੱਚ ਸਮਝੌਤਾ ਨਹੀਂ ਹੋਇਆ ਇਸ ਨੂੰ ਫੰਡ ਕਰਨ ਨੂੰ ਜਿਹੜਾ ਉਹ ਲੈ ਕੇ, ਤੇ ਉਧਰ ਆਪਸ ਦੇ ਵਿੱਚ ਇਹ ਰੌਲਾ ਰੱਪਾ ਜਿਹੜਾ ਇਹਨਾਂ ਦਾ ਇਹ ਚੱਲ ਰਿਹਾ। ਪਿਛਲੀ ਕੈਬਨਿਟ ਮੀਟਿੰਗ ਦੇ ਵਿੱਚ ਕ੍ਰਿਸਟੀ ਨੋਮ ਨੂੰ ਇੱਕ ਵੀ ਜਿਹੜਾ ਸਵਾਲ ਨਾ ਪੁੱਛਿਆ ਗਿਆ ਤੇ ਨਾ ਉਹਨਾਂ ਦਾ ਕੋਈ ਸਵਾਲ ਜਿਹੜਾ ਉਹ ਲਿਆ ਗਿਆ ਸੀਗਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਕੋਲੋਂ। ਇੱਕ ਹੋਰ ਕੰਟਰੋਵਰਸੀ ਇਹਨਾਂ ਦੀ ਜਿਹੜੀ ਨਿਕਲ ਕੇ ਉਹ ਆ ਰਹੀ ਆ, ਕਹਿੰਦੇ ਵੀ ਇਸ ਨੂੰ ਆਈਸ ਬਾਰ ਵੀ ਕਰਕੇ ਕ੍ਰਿਟਿਸਿਜ਼ਮ ਦੇ ਤੌਰ ਦੇ ਉੱਤੇ ਵੀ ਜਾਂ ਮਜ਼ਾਕੀਆ ਤੌਰ ਦੇ ਉੱਤੇ ਵੀ ਬੁਲਾਇਆ ਜਾਂਦਾ ਆ। ਕਹਿੰਦੇ ਵੀ ਕ੍ਰਿਸਟੀ ਨਿਓਮ ਆਪਣੇ ਹੀ ਮਹਿਕਮੇ ਦੇ ਵਿੱਚ ਕੈਬਨਿਟ ਮੀਟਿੰਗਸ ਜਿਹੜੀਆਂ ਉਹ ਲੈ ਰਹੀ ਸੀ, ਤੇ ਉਹ ਬਾਹੜੀ ਗੱਲ ਜਿਹੜੀ ਕਹਿੰਦੇ ਵੀ ਜਚੀ ਨਹੀਂ ਹੈਗੀ ਟਰੰਪ ਹੁਣਾਂ ਨੂੰ। ਸੋ ਇਸ ਟਾਈਮ ਖੁੱਡੇ ਲਾਈਨ ਇਹਨਾਂ ਨੂੰ ਲਾਇਆ ਆ, ਨੁਕਰੇ ਜਿਹੜਾ ਉਹ ਲਾਇਆ ਪਿਆ ਆ। ਸੋ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਆ, ਕੀ ਇਹ ਜਿਹੜੀ ਕੀ ਕਹਿੰਦੇ ਹੁੰਦੇ ਆ ਕਿਸ਼ਤੀ ਡੁੱਬ ਰਹੀ ਤੋਂ ਪਹਿਲਾਂ ਨਿਕਲ ਰਹੇ ਨੇ ਇਹ ਮੈਕਲੌਫਲਿਨ ਦਾ ਅਸਤੀਫਾ ਉਹ ਐਂਗਲ ਤੋਂ ਦੇਖਿਆ ਜਾਵੇ, ਜਾਂ ਫਿਰ ਉਹ ਹੁਣ ਬੇਸਿਕਲੀ ਇੰਨੇ ਬਿਆਨਬਾਜ਼ੀ, ਕਿਉਂਕਿ ਕਾਫੀ ਹੌਟ ਸੀਟ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਆ ਵੀ ਬੰਦਾ ਅਕਸਰ ਬਰਨ ਆਊਟ ਵੀ ਜਿਹੜਾ ਉਹ ਹੋ ਹੀ ਜਾਂਦਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਵਿੰਟਰ ਸਟਾਰਮ ਆ ਉਸਨੇ ਇਸ ਟਾਈਮ ਕਹਿ ਲਓ ਵੀ ਤੜਥਲੀ ਮਚਾਈ ਆ, ਲਾਲਾ ਪੂਰੀ ਜਿਹੜੀ ਉਹ ਕਰਾਈ ਆ। ਸਿਆਰਾ ਨਵਾਡਾ ਦੇ ਵਿੱਚ ਇਸ ਵਾਰ 2000 ਫੁੱਟ ਤੋਂ ਹੀ ਉਚਾਈ ਤੋਂ ਬਾਅਦ ਦੇ ਵਿੱਚ ਹੀ ਬਰਫ਼ਬਾਰੀ ਕਈ ਇਲਾਕਿਆਂ ਦੇ ਵਿੱਚ ਦੇਖੀ ਗਈ ਆ। ਲੇਟੈਸਟ ਜਿਹੜੀ ਟਰੱਕੀ ਵਾਲੇ ਇਲਾਕੇ ਤੋਂ ਜਿਹੜੀ ਜਾਣਕਾਰੀ ਇਹ ਪ੍ਰਾਪਤ ਹੋ ਰਹੀ ਆ ਵੀ 10 ਸਕੀਅਰਸ ਜੋ ਸਕੀਇੰਗ ਕਰਦੇ ਆ ਉਹ ਇਸ ਟਾਈਮ ਮਿਸਿੰਗ ਨੇ। 6 ਜਾਣੇ ਜਿਹੜੇ ਉਹ ਫਸੇ ਪਏ ਨੇ ਇੱਕ ਐਵਲਾਂਚ ਤੋਂ ਬਾਅਦ ਦੇ ਵਿੱਚ। ਅੱਜ ਆਪਾਂ ਸੋਸ਼ਲ ਮੀਡੀਆ ਤੇ ਆਪਣੇ ਡੋਨਰ ਪਾਸ ਡੋਨਰ ਸਮਿਟ ਦੀ ਜਿਹੜੀ ਵੀਡੀਓਜ਼ ਆ ਉਹ ਕੁਝ ਪੋਸਟ ਕੀਤੀਆਂ ਵੀ ਕਿਸ ਤਰੀਕੇ ਦੇ ਨਾਲ ਵਾਈਟ ਆਊਟ ਕੰਡੀਸ਼ਨਸ ਟੋਟਲੀ ਜਿਹੜੀਆਂ ਉੱਥੇ ਬਣੀਆਂ ਪਈਆਂ ਆ। ਗੱਡੀ ਚਲਾਉਣੀ, ਟਰੱਕ ਚਲਾਉਣਾ ਉੱਥੇ ਨਾਮੁਮਕਿਨ ਬਣਿਆ ਪਿਆ ਆ। ਕਈ ਜਿਹੜੇ ਇਸ ਟਾਈਮ ਯਾਰਡਸ ਦੇ ਲੰਮੇ ਜਿਹੜੇ ਆ ਕਈ 100 ਗੱਡੀਆਂ ਦੇ ਜਿਹੜੇ ਕਹਿ ਸਕਦੇ ਵੀ ਜਾਮ ਜਿਹੜੇ ਉਹ ਲੱਗੇ ਪਏ ਆ, ਤੇ ਗੱਡੀਆਂ ਸਕਿੱਡ ਹੋ ਰਹੀਆਂ ਨੇ, ਸਾਈਡ ਤੇ ਜਿਹੜੀਆਂ ਉਹ ਫਸੀਆਂ ਪਈਆਂ ਹੋਈਆਂ ਨੇ। ਸੋ ਕਹਿੰਦੇ ਵੀ ਰੈਸਕਿਊ ਕ੍ਰੂਜ਼ ਇਸ ਟਾਈਮ ਉਹ ਜਿਹੜੇ 10 ਲਾਪਤਾ ਹੋਏ ਜਿਹੜੇ ਸਕੀਅਰਸ ਆ ਉਹਨਾਂ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਆ। ਕੈਸਲ ਪੀਕ ਮਾਊਂਟੇਨ ਦੇ ਇਲਾਕੇ ਦੇ ਨਜ਼ਦੀਕ ਇਹ ਜਿਹੜਾ ਐਵਲਾਂਚ ਆ ਉਹ ਵਾਪਰਿਆ। ਇਹ ਜਦੋਂ ਲੇਕ ਟਾਹੋ ਵੱਲ ਨੂੰ ਜਦੋਂ ਜਾਂਦੇ ਆ, ਟਰੱਕੀ ਦਾ ਇਲਾਕਾ ਜਦੋਂ ਲੰਘਦੇ ਆ ਤਾਂ ਉਧਰ ਇਹ ਐਵਲਾਂਚ ਆਇਆ ਹੈਗਾ ਆ। ਸੋ ਉਹ ਤਾਂ ਸਕੀਇੰਗ ਦੇ ਲਈ ਜਿਹੜੀ ਫਰੈਸ਼ ਪਾਊਡਰ ਆ, ਫਰੈਸ਼ ਸਨੋ ਆ, ਉਹ ਬੜੀ ਚੰਗੀ ਜਿਹੜੀ ਆ ਸਕੀਅਰਸ ਨੂੰ ਜਿਹੜੀ ਉਹ ਲੱਗਦੀ ਆ। ਪਰ ਕਿਉਂਕਿ 3-4 ਸਟਾਰਮ ਇਕੱਠੇ ਆਉਣੇ ਆ, ਅਗਲੇ 2 ਦਿਨ ਵੀ ਇਸੇ ਤਰੀਕੇ ਦੇ ਨਾਲ ਭਾਰੀ ਮੀਂਹ ਤੇ ਬਰਫ਼ਬਾਰੀ ਦੀ ਜਿਹੜੀ ਕਿਆਸਰਾਈ ਆ ਉਹ ਦੱਸੀ ਗਈ ਹੈਗੀ ਆ। ਸੋ ਹੋਪਫੁਲੀ ਇਹ ਲੱਭ ਜਾਣ, ਇਹ ਸੁਰੱਖਿਅਤ ਜਿਹੜੇ ਉਹ ਵਾਪਸ ਜਿਹੜੇ ਉਹਨਾਂ ਨੂੰ ਬਚਾ ਲਿਆ ਜਿਹੜਾ ਉਹ ਜਾਵੇ। ਪਰ ਓਵਰਆਲ ਵੈਦਰ ਕੰਡੀਸ਼ਨਸ ਕਾਫੀ ਜ਼ਿਆਦਾ ਜਿਹੜੀਆਂ ਇਸ ਟਾਈਮ ਖਰਾਬ ਜਿਹੜੀਆਂ ਉਹ ਚੱਲ ਰਹੀਆਂ ਆ। ਸਲਾਹ ਇਹੀ ਦਿੱਤੀ ਜਾ ਰਹੀ ਆ ਵੀ ਜੇ ਜ਼ਰੂਰਤ ਆ ਤਾਂ ਹੀ ਡਰਾਈਵ ਕਰੋ, ਅਦਰਵਾਈਜ਼ ਘਰੇ ਹੀ ਜਿਹੜਾ ਆ ਇਸ ਟਾਈਮ ਇਹਨਾਂ ਸਟਾਰਮਸ ਨੂੰ ਲੰਘਾ ਲਿਆ ਜਾਵੇ। ਜੀ ਬਿਲਕੁਲ। ਜਿਹੜੇ 10 ਸਕੀਅਰ ਮਿਸਿੰਗ ਸੀ ਉਹਨਾਂ ਚੋਂ 6 ਜਾਣੇ ਇੱਕ ਐਵਲਾਂਚ ਦੇ ਥੱਲਿਓਂ ਜਿਹੜੇ ਆ ਲੱਭ ਲਏ ਗਏ ਹੈਗੇ। ਨਵਾਡਾ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ। ਨਵਾਡਾ ਕਾਉਂਟੀ ਸ਼ੈਰਿਫ ਤੇ ਸਰਚ ਤੇ ਰੈਸਕਿਊ ਟੀਮ ਇਹਨਾਂ ਸਾਰਿਆਂ ਨੇ ਰਲ ਕੇ 6 ਜਾਣਿਆਂ ਨੂੰ ਲੱਭਿਆ ਹੈਗਾ। ਐਵਲਾਂਚ ਜੋ ਸੀ ਉਹ ਕੈਸਲ ਪੀਕ ਮਾਊਂਟੇਨ ਪੋਪੂਲਰ ਹੈਗਾ ਇੱਕ ਬੈਕ ਕੰਟਰੀ ਸਕੀ ਡੈਸਟੀਨੇਸ਼ਨ, ਉੱਥੇ ਵਾਪਰਿਆ ਸੀਗਾ। ਸੋ ਇਹ ਸਲਾਈਡ ਕਹਿੰਦੇ ਇਫੈਕਟ ਹੋਇਆ ਗਰੁੱਪ ਆਫ ਜਿਹੜੇ 4 ਮਾਊਂਟੇਨ ਗਾਈਡ ਸੀ ਉਹਨਾਂ ਚੋਂ ਤੇ 12 ਸਕੀਰ ਸੀਗੇ ਜੋ ਉੱਥੇ ਫਨ ਕਰਨ ਆਪਣਾ ਗਏ ਹੋਏ ਸੀਗੇ। ਸੋ ਸਿਚੁਏਸ਼ਨ ਕਾਫੀ ਜਿਹੜੀ ਆ ਬੈਡ ਚੱਲ ਰਹੀ ਹੈਗੀ ਆ। ਟੈਂਪਰੇਚਰ ਵੀ ਬੜਾ ਲੋ ਚੱਲ ਰਿਹਾ। ਕਹਿੰਦੇ 46 ਦੇ ਕਰੀਬ ਰੈਸਕਿਊਰਸ ਜੋ ਆ ਉਹ ਜਦੋਂ ਐਵਲਾਂਚ ਆਇਆ ਉਹ ਤੋਂ ਬਾਅਦ ਉਹਨਾਂ ਨੂੰ ਕੱਢਣ ਦੇ ਵਿੱਚ ਲੱਗੇ ਹੋਏ ਸੀਗੇ। ਕੈਲੀਫੋਰਨੀਆ ਦੇ ਵਿੱਚ ਵਿੰਟਰ ਸਟਾਰਮ ਬੜੇ ਜ਼ੋਰ ਨਾਲ ਆਇਆ ਹੋਇਆ। ਤੇਜ਼ ਹਵਾਵਾਂ ਬੜੀਆਂ ਚੱਲ ਰਹੀਆਂ ਤੇ ਮੀਂਹ ਲਗਾਤਾਰ ਪੈ ਰਿਹਾ ਹੈਗਾ। ਲਾਸ ਐਂਜਲਸ ਕਾਉਂਟੀ ਦੇ ਰੈਜ਼ੀਡੈਂਟਸ ਨੂੰ ਫਲੈਸ਼ ਫਲੱਡ ਵਾਰਨਿੰਗ ਜਾਰੀ ਕੀਤੀ ਹੋਈ ਹੈਗੀ ਆ ਕਿਉਂਕਿ ਉੱਥੇ ਮੀਂਹ ਬਹੁਤ ਜ਼ਿਆਦਾ ਪਿਆ। ਅੱਗਾਂ ਲੱਗੀਆਂ ਸੀ ਜਿਹਦੇ ਕਰਕੇ ਹੁਣ ਵੈਜੀਟੇਸ਼ਨ ਉੱਥੇ ਹੈ ਨਹੀਂ ਤੇ ਜਦੋਂ ਮੀਂਹ ਪੈਂਦਾ ਆ ਤੇ ਉਹਦੇ ਫਿਰ ਜਿਹੜੇ ਹੜ੍ਹ ਆਉਣ ਦੇ ਚਾਂਸ ਜ਼ਿਆਦਾ ਬਣਦੇ ਆ। ਲਾਸ ਐਂਜਲਸ ਦੇ ਮੇਅਰ ਕੈਰਨ ਵਾਸ ਉਹਨਾਂ ਨੇ ਐਮਰਜੈਂਸੀ ਕਰਿਊ ਨੂੰ ਆਰਡਰ ਕੀਤਾ ਹੈ ਤੇ ਸਿਟੀ ਡਿਪਾਰਟਮੈਂਟਸ ਨੂੰ ਵੀ ਇਹ ਕਿਹਾ ਵੀ ਕੋਈ ਵੀ ਪ੍ਰੋਬਲਮ ਆਉਂਦੀ ਆ ਉਹ ਰਿਸਪੌਂਸ ਉਹਦਾ ਜਿਹੜਾ ਆ ਇਮੀਡੀਏਟ ਹੋਣਾ ਚਾਹੀਦਾ ਹੈਗਾ। ਤੇ
ਇਸੇ ਤਰ੍ਹਾਂ ਜਿਹੜੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਬਹੁਤ ਜ਼ੋਰ-ਸ਼ੋਰ ਦੇ ਨਾਲ ਮੀਂਹ ਪੈ ਰਿਹਾ ਆ, ਸਨੋ ਸਟੋਰਮ ਵੀ ਆਇਆ ਆ। ਡੋਨਰ ਪਾਸ ਦੇ ਕਈ ਏਰੀਏ ਦੇ ਵਿੱਚ ਤਾਂ 40 ਇੰਚ ਤੱਕ ਜਿਹੜੀ ਸਨੋ ਆ ਉਹ ਪਈ ਹੈਗੀ ਆ। ਯਾ ਸੋ ਮੈਂ ਦੇਖ ਰਿਹਾ ਸੀਗਾ ਹਰਜੋਤ ਸਿੰਘ ਜੀ ਫੋਲੋ ਕਰ ਰਹੇ ਸੀਗੇ ਯੋਸੇਮਿਟੀ ਨੈਸ਼ਨਲ ਪਾਰਕ, ਸ਼ੇਵਰ ਲੇਕ, ਚਾਈਨਾ ਪੀਕ, ਜੋ ਕਿ ਇੱਧਰ ਫਰੈਜ਼ਨੋ ਦੇ ਇਰਦ ਗਿਰਦ ਦੇ ਜਿਹੜੇ ਪਹਾੜੀ ਇਲਾਕੇ ਆ, ਇੱਥੇ ਵੀ ਕਾਫੀ ਭਾਰੀ ਬਰਫ਼ਬਾਰੀ ਜਿਹੜੀ ਆ ਉਹ ਇਸ ਟਾਈਮ ਹੋਈ ਆ। ਕਈ ਫੁੱਟ ਤੱਕ ਜਿਹੜੀ ਸਨੋ ਆ ਉਹ ਇਸ ਮੌਕੇ ਉੱਥੇ ਪੈ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਰਿਪਬਲਿਕਨਸ ਦੇ ਦੁਆਰਾ ਮੰਗ ਕੀਤੀ ਜਾ ਰਹੀ ਆ ਕੈਲੀਫੋਰਨੀਆ ਦੇ 911 ਸਿਸਟਮ ਦੇ ਉੱਤੇ 847 ਮਿਲੀਅਨ ਡਾਲਰ ਲੱਗੇ ਆ, ਉਸ ਦਾ ਆਡਿਟ ਕਰਵਾਇਆ ਜਿਹੜਾ ਹੋ ਜਾਵੇ। ਸੋ ਇਹ ਇਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ ਵੀ ਇਹ ਚੱਲ ਜਿਹੜਾ ਇਸ ਦੇ ਵਿੱਚ ਓਵਰਆਲ ਕੀ ਰਿਹਾ ਆ। ਸੋ ਰਿਪਬਲਿਕਨਸ ਦੀ ਇਸ ਟਾਈਮ ਇਹ ਮੰਗ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਉਹਨਾਂ ਦੀ ਇੱਛਾ ਆ ਵੀ ਇਸ ਦੇ ਬਾਰੇ ਪਤਾ ਲੱਗੇ, ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਵੀ ਹੋਮਲੈਸਨੈਸ ਵਾਲੀ ਸਿਚੁਏਸ਼ਨ ਦੇ ਵਿੱਚ ਕਿੰਨੇ ਬਿਲੀਅਨ ਡਾਲਰ ਕਿੱਧਰ ਚਲੇ ਗਏ, ਉਸ ਦੇ ਬਾਰੇ ਕੁਝ ਪਤਾ ਜਿਹੜਾ ਉਹ ਨਹੀਂ ਲੱਗਾ। ਅਸੈਂਬਲੀ ਮੈਂਬਰ ਜਿਹੜੇ ਆ ਉਹਨਾਂ ਨੇ ਮੰਗ ਜਿਹੜੀ ਇਸ ਟਾਈਮ ਕੀਤੀ ਆ ਵੀ ਭਾਈ ਇਸ ਦੀ ਜਿਹੜੀ ਉਹ ਜਾਂਚ ਕੀਤੀ ਜਾਵੇ, ਜਿਹੜਾ ਨੈਕਸਟ ਜਨਰੇਸ਼ਨ 911 ਸਿਸਟਮ ਲਾਉਣਾ ਜਿਹੜਾ ਉਹ ਜਾ ਰਿਹਾ ਆ। ਸੋ ਆਡਿਟ ਕਹਿੰਦੇ ਵੀ ਇਸ ਸਪੈਂਡਿੰਗ ਦੇ ਵਿੱਚ ਕਰਨ ਦੀ ਮੰਗ ਉਹਨਾਂ ਨੇ ਕੀਤੀ ਆ। ਕਹਿੰਦੇ ਵੀ ਇੱਕ ਜਿਹੜੇ ਸੈਨੇਟਰ ਆ ਉਹ ਇੱਕ ਬਿੱਲ ਪੁਸ਼ ਕਰ ਰਹੇ ਨੇ ਤਾਂ ਜੋ ਇਹ ਮੈਂਡੇਟ ਕੀਤਾ ਜਾਵੇ ਵੀ ਜਿਹੜਾ ਸਟੇਟ ਆ ਰਿਪੋਰਟ ਕਰੇ ਇਸ ਪ੍ਰੋਜੈਕਟ ਨੂੰ, ਜਿਹੜਾ ਉਹ ਲੈ ਕੇ ਵੀ ਕਿੱਥੇ ਜਿਹੜੀ ਖਰਚਾ ਆ ਉਹ ਕੀਤਾ ਜਿਹੜਾ ਹੋ ਜਾਵੇਗਾ। ਸੋ ਨਵਾਂ 911 ਸਿਸਟਮ ਦੇ ਵਿੱਚ 847 ਮਿਲੀਅਨ ਡਾਲਰ ਖਰਚਣ ਜਿਹੜੇ ਉਹ ਜਾ ਰਹੇ ਆ, ਤੇ ਉਸ ਤੋਂ ਪਹਿਲਾਂ ਹੀ ਨਾਲ ਹੀ ਇਸ ਦੀ ਜਿਹੜੀ ਆਡਿਟ ਦੀ ਮੰਗ ਰਿਪਬਲਿਕਨਸ ਦੇ ਦੁਆਰਾ ਉੱਠ ਚੁੱਕੀ ਆ। ਅਗਲੀ ਖਬਰ ਵੱਲ ਚਲੀਏ ਤੇ ਨਿਊਯਾਰਕ ਸਿਟੀ ਦੇ ਜਿਹੜੇ ਨਵੇਂ ਚੁਣੇ ਹੋਏ ਮੇਅਰ ਹੈਗੇ ਮਮਦਾਨੀ, ਉਹਨਾਂ ਨੇ ਇਹ ਕਿਹਾ ਵੀ 9.5% ਜਿਹੜਾ ਪ੍ਰੋਪਰਟੀ ਟੈਕਸ ਆ ਉਹ ਵਧੂਗਾ, ਤੇ ਜੇ ਜਿਹੜਾ ਅਮੀਰਾਂ ਦੇ ਉੱਤੇ ਟੈਕਸ ਲਾਣਾ ਆ ਉਹ ਪਾਸ ਨਾ ਹੋਇਆ, ਕਿਉਂਕਿ ਬਜਟ ਦਾ ਗੈਪ 5.4 ਬਿਲੀਅਨ ਡਾਲਰ ਘਾਟੇ ਵਾਲਾ ਹੈਗਾ ਆ। ਕਹਿੰਦੇ ਵੀ ਐਲਬਨੀ ਜੋ ਟੈਕਸਸ ਨੂੰ ਰੇਜ਼ ਕਰੂਗਾ, ਖਾਸ ਕਰਕੇ ਜਿਹੜੇ ਰਿਚੈਸਟ ਨਿਊਯਾਰਕਰਸ ਹੈਗੇ ਉਹਨਾਂ ਨੂੰ, ਤੇ ਕਹਿੰਦੇ ਵੀ ਸਿਟੀ ਜੇ ਨਹੀਂ ਪਾਸ ਹੁੰਦਾ ਤੇ ਫਿਰ ਲੋਕਾਂ ਦੇ ਪ੍ਰੋਪਰਟੀ ਟੈਕਸ ਨੂੰ ਇਨਕਰੀਜ਼ ਕਰੂਗੇ। ਫਸਟ ਟਾਈਮ ਸਿੰਸ 2000 ਸਿਟੀ ਕੌਂਸਲ ਜੋ ਆ 3.7 ਬਿਲੀਅਨ ਡਾਲਰ ਜਨਰੇਟ ਕਰਦਾ ਹੈ ਪ੍ਰੋਪਰਟੀ ਟੈਕਸ ਤੋਂ, ਤੇ ਗਵਰਨਰ ਕੈਥੀ ਹੋਚਲ ਜੋ ਉਸ ਏਰੀਆ ਨੂੰ ਵੀ ਰਿਪਰੈਜ਼ੈਂਟ ਕਰਦੇ ਆ, ਪਲੱਸ ਗਵਰਨਰ ਹੈਗੇ ਆ ਪੂਰੀ ਸਟੇਟ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਸਾਡੀ ਪਹਿਲੀ ਆਪਸ਼ਨ ਤਾਂ ਉਹੀ ਆ ਵੀ ਜਿਹੜੇ ਰਿਚ ਬੰਦੇ ਉਹਨਾਂ ਨੂੰ ਟੈਕਸ ਲਾਇਆ ਜਾਵੇ, ਸੋ ਦੂਜੀ ਫਿਰ ਪੋਰਸ਼ਨ ਉਹੀ ਹੋਊਗੀ ਵੀ ਜਿਹੜਾ ਪ੍ਰੋਪਰਟੀ ਟੈਕਸ ਆ ਉਸ ਨੂੰ ਵਧਾਇਆ ਜਾਵੇ। ਕਹਿੰਦੇ ਵੀ ਐਲਬਨੀ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਵੀ ਜਿਹੜੇ ਅਮੀਰ ਆ ਉਹਨਾਂ ਨੂੰ ਜਿਹੜਾ ਟੈਕਸ ਲਾਇਆ ਜਾਵੇ, ਖਾਸ ਕਰਕੇ ਜਿਹੜੇ ਨਿਊਯਾਰਕ 'ਚ ਰਹਿੰਦੇ ਆ। ਮਮਦਾਨੀ ਨੇ ਇਹ ਕਿਹਾ ਵੀ ਅਦਰਵਾਈਜ਼ ਵੀ ਹੈਵ ਟੂ ਇਨਕਰੀਜ਼ ਟੈਕਸਸ ਇਨ ਨਿਊਯਾਰਕ ਸਿਟੀ। ਸੋ ਧਮਕੀ ਦੇਤੀ ਹੈ ਇਹਨਾਂ ਨੇ ਕੈਥੀ ਹੋਚਲ ਨੂੰ ਵੀ 9.5% ਪ੍ਰੋਪਰਟੀ ਟੈਕਸ ਵਧਾ ਦੇਣਾ ਹੈ ਜੇ ਤੁਸੀਂ ਅਮੀਰਾਂ ਦੇ ਉੱਤੇ ਟੈਕਸ ਜਿਹੜਾ ਆ ਉਹ ਨਾ ਜਿਹੜਾ ਉਹ ਲਾਇਆ। ਹੁਣ ਲੋਕ ਵੀ ਆਪਣੇ ਆਪ ਨੂੰ ਫਸੇ ਹੋਏ ਮਹਿਸੂਸ ਕਰਨਗੇ, ਉਹ ਕਹਿਣਗੇ ਯਾਰ ਇਹ ਤਾਂ ਕਹਿੰਦਾ ਸੀ ਅਫੋਰਡੇਬਿਲਟੀ ਆਪਾਂ ਕਰਨੀ ਆ, ਤੇ ਹੁਣ ਦੇਖੋ ਚਿਕਨ ਗੇਮ ਖੇਡਦੀ ਜਾ ਰਹੀ ਇੱਕ ਦੂਜੇ ਦੇ ਨਾਲ, ਗਵਰਨਰ ਤੇ ਮੇਅਰ ਦੇ ਦਰਮਿਆਨ, ਜਾਂ ਕੌਣ ਪੱਤੇ ਪਹਿਲਾਂ ਫੋਲਡ ਕਰਦਾ ਆ, ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਕੈਲੀਫੋਰਨੀਆ ਦੇ ਸਕੂਲਸ ਦੇ ਵਿੱਚ ਕੈਲਮੈਟਰਸ ਦੀ ਜਿਹੜੀ ਨਵੀਂ ਰਿਪੋਰਟ ਸਾਹਮਣੇ ਆਈ ਆ, ਉਹ ਦੱਸ ਰਹੇ ਨੇ ਵੀ ਇੱਕ ਨਵਾਂ ਬਜਟ ਦਾ ਜਿਹੜੀ ਸਮੱਸਿਆ ਆ ਉਸ ਦਾ ਸਾਹਮਣਾ ਕੈਲੀਫੋਰਨੀਆ ਦੇ ਸਕੂਲਸ ਨੂੰ ਕਰਨਾ ਪੈ ਰਿਹਾ ਆ। ਕਹਿੰਦੇ ਵੀ ਇੰਸ਼ੋਰੈਂਸ ਦੇ ਮਹਿੰਗੇ ਜਿਹੜੇ ਰੇਟ ਆ, ਖਾਸ ਕਰਕੇ ਸੈਕਸ ਅਬਿਊਜ਼ ਲਾਸੂਟਸ ਤੋਂ ਬਾਅਦ ਦੇ ਵਿੱਚ, ਉਹਨਾਂ ਨੇ ਕਾਫੀ ਜਿਹੜੀ ਮੁਸ਼ਕਲ ਆ ਉਹ ਵਧਾ ਦਿੱਤੀ ਆ। ਕਹਿੰਦੇ ਵੀ ਜਿਹੜੇ ਸੈਕਸ਼ੂਅਲ ਅਬਿਊਜ਼ ਸਰਵਾਈਵਰ ਆ ਉਹਨਾਂ ਦੇ ਲਈ ਸੌਖਾ ਕਰ ਦਿੱਤਾ ਸੀ ਸਰਕਾਰ ਨੇ ਵੀ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹਨਾਂ ਨੂੰ ਜਿਹੜਾ ਸੂ ਕਰਨਾ। ਵਿਕਟਮਸ ਨੇ ਹੁਣ ਤੱਕ ਇੰਨੇ ਜਿਹੜੇ ਕਹਿੰਦੇ ਵੀ ਲਾਸੂਟ ਲਿਆਂਦੇ ਆ ਜਿਨ੍ਹਾਂ ਦੇ ਵਿੱਚ ਹੁਣ ਤੱਕ 3 ਬਿਲੀਅਨ ਡਾਲਰ ਦੇ ਕਲੇਮ ਦਿੱਤੇ ਜਿਹੜੇ ਉਹ ਜਾ ਚੁੱਕੇ ਆ। ਸੋ ਕਹਿੰਦੇ ਵੀ ਜਿਹੜੀਆਂ ਏਜੰਸੀਜ਼ ਨੂੰ ਸੂ ਨਹੀਂ ਵੀ ਕੀਤਾ ਉਹਨਾਂ ਨੂੰ ਵੀ ਇਸ ਕਾਨੂੰਨ ਦੇ ਕਰਕੇ ਫਾਈਨੈਂਸ਼ੀਅਲ ਹਾਰਡਸ਼ਿਪ ਦਾ ਸਾਹਮਣਾ ਕਰਨਾ ਪੈ ਰਿਹਾ ਆ, ਕਿਉਂਕਿ ਇੰਸ਼ੋਰੈਂਸ ਦੇ ਪ੍ਰੀਮੀਅਮ ਆਬਵੀਅਸਲੀ ਇਸ ਨੂੰ ਵਿੱਚ ਮੁੱਖ ਰੱਖ ਕੇ ਉਹ ਵੱਧ ਚੁੱਕੇ ਨੇ। ਸਕੂਲ ਡਿਸਟ੍ਰਿਕਟ, ਕਾਉਂਟੀਜ਼ ਤੇ ਹੋਰ ਜਿਹੜੀਆਂ ਪਬਲਿਕ ਏਜੰਸੀਜ਼
ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਜਿਹੜੇ ਲਾਇਬਿਲਟੀ ਇੰਸ਼ੋਰੈਂਸ ਦੇ ਪ੍ਰੀਮੀਅਮ ਆ ਉਹ ਇਸ ਕਾਨੂੰਨ ਦੇ ਕਰਕੇ ਵਧੇ ਆ। 2019 ਦੇ ਵਿੱਚ ਹਰਜੋਤ ਸਿੰਘ ਜੀ ਇਹ ਜਿਹੜਾ ਕਾਨੂੰਨ ਪਾਸ ਹੋਇਆ ਸੀ, ਜਿਸ ਦੇ ਕਰਕੇ ਕਈ ਡਿਸਟ੍ਰਿਕਟਸ ਉਹ ਇਹ ਦੱਸ ਰਹੀਆਂ ਵੀ ਉਹਨਾਂ ਦੀ ਜਿਹੜੀ ਸਾਲਾਨਾ ਇੰਸ਼ੋਰੈਂਸ ਪ੍ਰੀਮੀਅਮ ਦੀ ਜਿਹੜੀ ਕਾਸਟ ਆ ਉਹ $1 ਮਿਲੀਅਨ ਤੋਂ ਵੱਧ ਜਿਹੜੀ ਉਹ ਪਹਿਲਾਂ ਦੇ ਨਾਲੋਂ $1 ਮਿਲੀਅਨ ਵੱਧ ਚੁੱਕੀ ਹੈਗੀ ਆ। ਇਹਨਾਂ ਪ੍ਰੀਮੀਅਮਸ ਨੂੰ ਪੇ ਕਰਨ ਦੇ ਲਈ ਜਿਹੜੇ ਟੀਚਰਸ ਦੀਆਂ ਜਿਹੜੀਆਂ ਵੇਕੈਂਸੀਜ਼ ਆ ਖਾਲੀ ਪਏ ਨੇ ਉਹਨਾਂ ਨੂੰ ਖਾਲੀ ਰੱਖਣਾ ਜਿਹੜਾ ਉਹ ਪੈ ਰਿਹਾ ਆ। ਰੈਨੋਵੇਸ਼ਨ ਜਿਹੜੇ ਪ੍ਰੋਜੈਕਟ ਆ ਉਹ ਰੱਦ ਕਰਨੇ ਪੈ ਰਹੇ ਆ ਤੇ ਕੁਝ ਅਜਿਹੇ ਕੱਟਸ ਕੀਤੇ ਜਾ ਰਹੇ ਜਿਨ੍ਹਾਂ ਦੇ ਨਾਲ ਸਟੂਡੈਂਟਸ ਦੇ ਉੱਤੇ ਅਸਰ ਪੈ ਰਿਹਾ ਆ। ਹੁਣ ਹਰਜੋਤ ਸਿੰਘ ਜੀ ਨੇਤੀ ਆਏ ਦਿਨ ਆਪਾਂ ਨੂੰ ਖਬਰ ਜਿਹੜੀ ਉਹ ਆ ਜਾਂਦੀ ਵੀ ਕੋਈ ਨਾ ਕੋਈ ਸਕੂਲ ਦਾ ਮੁਲਾਜ਼ਮ ਜਾਂ ਉੱਥੇ ਕੋਈ ਟੀਚਰ ਆ ਉਹ ਇਦਾਂ ਦੇ ਮਾਮਲੇ ਦੇ ਵਿੱਚ ਫੜਿਆ ਜਿਹੜਾ ਹੋ ਜਾਂਦਾ ਆ। ਥੋੜੇ ਦਿਨ ਪਹਿਲਾਂ ਹੀ ਕੈਲੀਫੋਰਨੀਆ ਦੇ ਸੈਨ ਹੋਜ਼ੇ ਤੋਂ ਹੀ ਹਰਜੋਤ ਸਿੰਘ ਜੀ ਖਬਰ ਸੀਗੀ ਵੀ ਇੱਕ ਬੱਚਿਆਂ ਦੇ ਲਈ ਨਾਬਾਲਗ ਬੱਚਿਆਂ ਦੇ ਨਾਲ ਜਿਹੜੇ ਸੈਕਸ ਦਾ ਕੰਮ ਕਰਨ ਦੇ ਲਈ ਇੱਕ ਵਾਈਸ ਪ੍ਰਿੰਸੀਪਲ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਇਸ ਸਾਲ ਦਾ ਟੌਪ ਦਾ ਕੈਲੀਫੋਰਨੀਆ ਦੇ ਟੀਚਰ ਦਾ ਅਵਾਰਡ ਮਿਲਣਾ ਸੀਗਾ। ਤੁਸੀਂ ਹਿਸਾਬ ਲਾ ਲਓ ਵੀ ਕੀ ਕੁਛ ਜਿਹੜਾ ਉਹ ਕਈ ਸਕੂਲਾਂ ਦੇ ਵਿੱਚ ਜਿਹੜਾ ਉਹ ਘਟ ਰਿਹਾ ਹੁੰਦਾ ਆ। ਸੋ ਉਸ ਨੂੰ ਭਰਪਾਈ ਕਰਨ ਦੇ ਲਈ ਵਿਕਟਮਸ ਨੂੰ ਹਰਜਾਨਾ ਜਿਹੜਾ ਉਹ ਮਿਲ ਸਕੇ, ਇਹ ਕਾਨੂੰਨ ਪਾਸ ਹੋਇਆ ਤੇ ਇਹਦਾ ਮਤਲਬ ਇਹ ਆ ਵੀ ਇਹ ਕਾਰੇ ਹੋ ਇੰਨੇ ਰਹੇ ਆ ਵੀ ਉਹਨਾਂ ਨੂੰ ਜਿਹੜੇ ਕਲੇਮ ਜਿਹੜੇ ਉਹ ਜ਼ਿਆਦਾ ਦੇਣੇ ਪੈ ਰਹੇ ਆ। ਸੋ ਇੰਸ਼ੋਰੈਂਸ ਦੇ ਪ੍ਰੀਮੀਅਮ ਖਾਸੇ ਜਿਹੜੇ ਉਹ ਵਧੇ ਪਏ ਆ, ਜਿਹਦੇ ਕਰਕੇ ਹੁਣ ਇਵੈਂਚੁਅਲੀ ਜਿਹੜੇ ਸਕੂਲਸ ਨੂੰ ਹੀ ਇਸ ਦਾ ਜਿਹੜਾ ਭੁਗਤਾਨ ਆ ਉਹ ਕਰਨਾ ਪੈ ਰਿਹਾ ਆ ਕਈ ਚੀਜ਼ਾਂ ਦੇ ਵਿੱਚ ਕਟੌਤੀਆਂ ਕਰਕੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਵੀ ਸਿਟੀ ਆਫ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦਾ ਸ਼ਹਿਰ ਵੀ ਜਿਹੜਾ ਆ ਉਹ ਇਸ ਟਾਈਮ ਡੈਫਿਸਿਟ ਦੇ ਵਿੱਚ ਆ, ਘਾਟੇ ਦੇ ਵਿੱਚ ਆ। $66.2 ਮਿਲੀਅਨ ਦਾ ਬਜਟ ਡੈਫਿਸਿਟ ਜੋ ਆ ਸਿਟੀ ਨੇ ਪ੍ਰੋਜੈਕਟ ਕੀਤਾ ਹੈਗਾ। ਕਹਿੰਦੇ ਵੀ ਇਹ ਰਿਸੈਸ਼ਨ ਕਰਕੇ ਨਹੀਂ ਆਇਆ, ਲੌਂਗ ਟਰਮ ਸਟਰਕਚਰਲ ਇਨਬੈਲੈਂਸ ਜੋ ਹੋਇਆ ਸਿਟੀ ਦੇ ਫਾਈਨੈਂਸਸ ਦੇ ਵਿੱਚ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ ਹੈਗਾ। ਬਜਟ ਦੇ ਮਤਲਬ ਇਹ ਹੁੰਦਾ ਕਹਿੰਦੇ ਵੀ ਤੁਹਾਨੂੰ ਸਖਤ ਚੁਆਇਸਿਸ ਬਣਾਉਣੀਆਂ ਪੈਂਦੀਆਂ ਤੇ ਸਮਾਰਟ ਵਨਸ। ਇਹ ਸਿਟੀ ਮੈਨੇਜਰ ਮਰਾਕੇਸ਼ੀਅਨ ਸਮਿਥ ਜੋ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੈਕਰਾਮੈਂਟੋ ਦਾ ਸਟਰਕਚਰਲ ਜਿਹੜਾ ਡੈਫਿਸਿਟ ਆ ਇਹ ਕਈ ਸਾਲਾਂ ਦਾ ਜਿਹੜਾ ਰਿਜ਼ਲਟ ਆ। ਮਲਟੀਪਲ ਫੈਕਟਰਸ ਇਹਦੇ ਵਿੱਚ ਇਨਵੋਲਵ ਹੈਗੇ ਆ, ਜਿੱਦਾਂ ਹੋਮਲੈਸਨੈਸ ਰਿਸਪੌਂਸ ਦੇ ਉੱਤੇ ਬੜੇ ਪੈਸੇ ਖਰਚੇ ਗਏ ਆ, ਉਹਦਾ ਰਿਜ਼ਲਟ ਕੁਝ ਨਹੀਂ ਨਿਕਲਿਆ। ਸ਼ੈਲਟਰ, ਨਿਊ ਲੇਬਰ ਕੰਟਰੈਕਟਸ, ਇਨਫਲੇਸ਼ਨ, ਰਾਈਜ਼ਿੰਗ ਟ੍ਰੈਂਡਸ ਤੇ ਇੰਸ਼ੋਰੈਂਸ ਕਾਸਟ, ਇਹ ਸਾਰਾ ਕੁਝ ਜੋ ਆ ਇਸ ਨੂੰ ਅਫੈਕਟ ਕਰ ਰਿਹਾ ਹੈਗਾ। ਸੋ ਇਸ ਸਭ ਤੇ ਉਹਨਾਂ ਨੇ 2026 ਦਾ ਜਿਹੜਾ ਬਜਟ ਆ ਜੋ ਪ੍ਰੋਸੈਸ ਕੀਤਾ, ਰੀਡਾਇਰੈਕਟਿੰਗ 7.7 ਮਿਲੀਅਨ ਮੌਜੂਦਾ ਸਾਲ ਦੇ ਵਿੱਚ, ਤੇ ਉਹਨਾਂ ਨੇ ਇਹ ਕਿਹਾ ਵੀ ਇਹਦਾ ਕਾਫੀ ਅਸਰ ਪੈਣ ਜਾ ਰਿਹਾ। ਮੇਅਰ ਕੈਬਨ ਮਕਾਰਥੀ ਜੋ ਹੈਗੇ ਆ ਤੇ ਕਹਿੰਦੇ ਵੀ ਕਾਫੀ ਸਿਗਨੀਫੀਕੈਂਟ ਡੈਫਿਸਿਟ ਹੈਗਾ ਸੈਕਰਾਮੈਂਟੋ ਦਾ। ਸੋ ਪਿਛਲੇ ਸਾਲ ਸਿਟੀ ਨੇ $62 ਮਿਲੀਅਨ ਦਾ ਬਜਟ ਜਿਹੜਾ ਗੈਪ ਦਾ ਉਸ ਨੂੰ ਕਲੋਜ਼ ਕੀਤਾ ਸੀ ਵਿਦਆਊਟ ਮੇਜਰ ਸਰਵਿਸ ਕੱਟਸ ਔਰ ਲੇਆਫ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਜਿਹੜਾ ਉਹ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਤੁਹਾਡੇ ਨਾਲ ਸ਼ੇਅਰ ਕਰਦੇ ਜਾਈਏ ਤਾਂ ਅੱਜ ਡਾਓ ਜੋਨ ਕਲੋਜ਼ਿੰਗ ਦੇ ਦੌਰਾਨ 32 ਪੁਆਇੰਟ ਵੱਧ ਕੇ 49,533 ਤੇ ਬੰਦ ਹੋਇਆ। S&P 7 ਪੁਆਇੰਟ ਵੱਧ ਕੇ 6843 ਤੇ, ਨੈਸਡੈਕ 32 ਪੁਆਇੰਟ ਵੱਧ ਕੇ 22,578 ਤੇ। ਸੋਨੇ ਦਾ ਭਾਅ $4903 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ। 10 ਈਅਰ ਯੀਲਡ 4.06%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 67,130 ਤੇ ਇਥੀਰੀਅਮ $1978 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਪਾਕਿਸਤਾਨ ਦੇ $279 ਤੇ 19 ਪੈਸੇ ਤੇ ਇੰਡੀਆ ਦੇ $90 ਤੇ 62 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।